हाँ जी दोस्तों, राज स्वामी जी। आज 27 अक्टूबर को बाबा जी ने दिल्ली में सत्संग फरमाया और संगत आज बहुत ही ज़्यादा थी। बताया जा रहा है कि ट्रैफिक भी बहुत ज़्यादा हो गया था। माहौल हर बार की तरह बहुत ही अच्छा था और बाणी आज ली गई थी एक बार फिर, जग में घोर अंधेरा भारी, जो कि हुजूर स्वामी जी की है। बाबा जी ने 1 घंटा से ऊपर ही सत्संग किया। सत्संग ज़ोरदार था और शॉर्ट में पॉइंट्स आपके साथ शेयर किए जाएंगे। जग में घोर अंधेरा पारी, तन में तम का भंडारा। बाबा जी ने फरमाया कि ਇਹ ਚੇਤਾਵਨੀ ਦਾ ਸ਼ਬਦ ਹੈ। ਸਵਾਮੀ ਜੀ ਨੇ ਕਿਤੇ ਪ੍ਰੇਮ ਦੇ ਨਾਲ ਤੇ ਕਿਤੇ ਚੇਤਾਵਨੀ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਰਥ ਕਿਹਨੂੰ ਕਹਿੰਦੇ ਹਨ ਔਰ ਆਪਾਂ ਉਸ ਪਰਮਾਰਥ ਨੂੰ ਕਿਵੇਂ ਅਪਣਾਉਣਾ ਹੈ। ਹੁਣ ਇਸ ਸ਼ਬਦ ਵਿੱਚ ਇਹ ਚੇਤਾਵਨੀ ਦਾ ਸ਼ਬਦ ਹੈ। ਆਪ ਸਾਡੇ ਵੱਲ ਦੇਖਦੇ ਹੋਏ ਫਰਮਾ ਰਹੇ ਹਨ, ਜਗ ਮੇ ਘੋਰ ਅੰਧੇਰਾ ਭਾਰੀ। ਹੁਣ ਆਪਾਂ ਤਾਂ ਸੋਚ ਸਕਦੇ ਹਾਂ ਕਿ ਬਾਹਰ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ, ਤਾਂ ਫਿਰ ਸਵਾਮੀ ਜੀ ਅੰਧੇਰੇ ਦੀ ਗੱਲ ਕਿਉਂ ਕਰ ਰਹੇ ਹਨ? ਇਹ ਸਾਡੀ ਅਗਿਆਨਤਾ ਦਾ ਅੰਧੇਰਾ ਹੈ। ਹੁਣ ਕਹਿਣ ਵਾਸਤੇ ਸਾਡੀਆਂ ਅੱਖਾਂ ਤਾਂ ਖੁੱਲ੍ਹੀਆਂ ਹਨ, ਮਗਰ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਦੇ ਬਾਵਜੂਦ ਵੀ ਜੇ ਕੋਈ ਠੋਕਰ ਖਾਂਦਾ ਹੈ ਤਾਂ ਆਪਾਂ ਇਹੀ ਕਹਿੰਦੇ ਹਾਂ ਕਿ ਭਾਈ ਤੈਨੂੰ ਦਿਖਦਾ ਨਹੀਂ। ਹੁਣ ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੈ? ਕਿ ਉਹ ਮਾਲਿਕ ਜਿਹੜਾ ਸਾਡੇ ਅੰਗ ਸੰਗ ਹੈ, ਜਿਹੜਾ ਸਾਡੇ ਅੰਦਰ ਹੈ, ਅਸੀਂ ਉਹਨੂੰ ਬਾਹਰੋਂ ਲੱਭਦੇ ਫਿਰਦੇ ਹਾਂ। ਬਾਣੀ ਵਿੱਚ ਆਪ ਨੇ ਸਮਝਾਇਆ ਸੀ, ਏਕਾ ਸੰਗਤ ਏਕਤ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ, ਕਿ ਦੋਨੋਂ ਹੀ ਇੱਕੋ ਘਰ ਵਿੱਚ ਰਹਿੰਦੇ ਹਨ ਮਗਰ ਇੱਕ ਦੂਜੇ ਦੀ ਪਹਿਚਾਣ ਨਹੀਂ। ਆਤਮਾ ਵੀ ਅੰਦਰ ਹੈ, ਪਰਮਾਤਮਾ ਵੀ ਅੰਦਰ ਹੈ, ਮਗਰ ਅਸੀਂ ਉਹਦੇ ਦਰਸ਼ਨ ਕਿਉਂ ਨਹੀਂ ਕਰ ਪਾਉਂਦੇ? ਅੰਤਰ ਅਲਖ ਨਾ ਜਾਈ ਲੱਗਿਆ, ਵਿੱਚ ਪੜਦਾ ਹਉਮੈ ਪਾਈ। ਦੇਖੋ ਆਪ ਕਿੰਨਾ ਖੋਲ ਕੇ ਸਮਝਾ ਰਹੇ ਹਨ ਕਿ ਉੱਥੇ ਇਹ ਮੈਂ ਔਰ ਮੇਰੀ ਦੀ ਦੀਵਾਰ ਹੈ, ਹਉਮੈ ਦੀ ਦੀਵਾਰ ਖੜੀ ਹੋਈ ਹੈ। ਸਾਡੀ ਆਤਮਾ ਦੇ ਉੱਤੇ ਇਹ ਕਰਮਾਂ ਦੇ ਗਿਲਾਫ ਚੜ੍ਹੇ ਹੋਏ ਹਨ, ਜਿਸ ਦੇ ਕਾਰਨ ਨਾ ਤਾਂ ਸਾਨੂੰ ਮਾਲਿਕ ਦੇ ਦਰਸ਼ਨ ਹੁੰਦੇ ਹਨ ਔਰ ਕਿਉਂਕਿ ਦਰਸ਼ਨ ਨਹੀਂ ਹੁੰਦੇ, ਅਸੀਂ ਉਹਨੂੰ ਬਾਹਰੋਂ ਲੱਭਣਾ ਸ਼ੁਰੂ ਕਰ ਦਿੰਦੇ ਹਾਂ। ਹਾਲਾਂਕਿ ਆਪਾਂ ਗ੍ਰੰਥਾਂ ਪੋਥੀਆਂ ਵਿੱਚ ਪੜ੍ਹਦੇ ਹਾਂ। ਅੱਗੇ ਬਾਬਾ ਜੀ ਨੇ ਗੁਰਬਾਣੀ ਦਾ ਇੱਕ ਬਹੁਤ ਸੁੰਦਰ ਉਦਾਹਰਨ ਦਿੱਤਾ, ਸਭ ਕੁਝ ਘਰ ਮੇਂ ਬਾਹਰ ਨਾਹੀ, ਬਾਹਰ ਢੂੰਡੇ ਸੋ ਭਰਮ ਭੁਲਾਈ, ਕਿ ਮਾਲਿਕ ਨੇ ਜੋ ਦੇਣਾ ਸੀ ਸਾਨੂੰ ਪਹਿਲਾਂ ਹੀ ਦੇ ਦਿੱਤਾ ਹੈ, ਮਗਰ ਅਸੀਂ ਉਹ ਮੈਂ ਔਰ ਮੇਰੀ ਵਿੱਚ ਇੰਨਾ ਸਾਡੇ ਅੰਦਰ ਅਹੰਕਾਰ ਆ ਗਿਆ ਹੈ ਕਿ ਅਸੀਂ ਆਪਣੇ ਆਪ ਤੋਂ ਅੱਗੇ ਹੋਰ ਦੇਖ ਹੀ ਨਹੀਂ ਪਾਉਂਦੇ। ਬਾਬਾ ਜੀ ਨੇ ਹੋਰ ਡਿਟੇਲ ਵਿੱਚ ਸਮਝਾਉਂਦੇ ਹੋਇਆਂ ਫਰਮਾਇਆ, ਇਸ ਕਰਕੇ ਅੱਗੇ ਕਹਿੰਦੇ ਹਨ ਕਿ ਇਹ ਜਿਹੜੀਆਂ ਬਾਹਰਲੀਆਂ ਬਿਮਾਰੀਆਂ ਹਨ ਉਹਨਾਂ ਦਾ ਤਾਲੁਕ ਸਰੀਰ ਦੇ ਨਾਲ ਹੈ, ਉਹਨਾਂ ਦਾ ਤਾਂ ਫਿਰ ਵੀ ਹੱਲ ਮਿਲ ਜਾਊਗਾ, ਮਗਰ ਇਹ ਜਿਹੜੀ ਅਹੰਕਾਰ ਦੀ ਬਿਮਾਰੀ ਹੈ ਇਹਦਾ ਹੱਲ ਕਿਵੇਂ ਮਿਲੂਗਾ? ਹਉਮੈ ਧੀਰਗ ਰੋਗ ਹੈ, दारू ਵੀ ਇਸ ਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਵੇ। ਸੋ ਇਸ ਮੈਂ ਔਰ ਮੇਰੀ ਦੀ ਦੀਵਾਰ ਨੂੰ ਕਿਵੇਂ ਗਿਰਾਉਣਾ ਹੈ, ਕਿਵੇਂ ਆਪਣਾ ਦਾਇਰਾ ਖੋਲ੍ਹਣਾ ਹੈ, ਕਿਵੇਂ ਅਸੀਂ ਅੱਗੇ ਵਧਣਾ ਹੈ? ਤਾਂ ਆਪ ਫਰਮਾਉਂਦੇ ਹਨ, ਜਦੋਂ ਅਸੀਂ ਆਪਣੇ ਆਪ ਨੂੰ ਉਸ ਸ਼ਬਦ ਦੇ ਨਾਲ ਜੋੜਾਂਗੇ। ਅੱਗੇ ਦੋਸਤੋ ਬਾਬਾ ਜੀ ਨੇ ਜੋ ਪਿਛਲੀ ਵਾਰ ਸਤਸੰਗ ਵਿੱਚ ਫਰਮਾਇਆ ਸੀ ਉਹੀ ਸਮਝਾਇਆ ਕਿ ਇਸ ਵਕਤ ਸਾਡਾ ਦਾਇਰਾ ਬਹੁਤ ਛੋਟਾ ਹੈ ਔਰ ਉਸ ਛੋਟੇ ਜਿਹੇ ਦਾਇਰੇ ਵਿੱਚ ਆਪਾਂ ਕਿੰਨਾ ਕੁ ਦੇਖ ਸਕਦੇ ਹਾਂ, ਕਿੰਨਾ ਕੁ ਸਮਝ ਸਕਦੇ ਹਾਂ। ਸੋ ਇਸ ਕਰਕੇ ਜਿੰਨਾ ਚਿਰ ਆਪਾਂ ਇਸ ਦਾਇਰੇ ਨੂੰ ਖੋਲ੍ਹ ਕੇ ਅੱਗੇ ਨਹੀਂ ਵਧਾਂਗੇ, ਇਹਨਾਂ ਚੀਜ਼ਾਂ ਦੀ ਪਹਿਚਾਣ ਨਹੀਂ ਹੋਊਗੀ। ਅੱਗੇ ਦੋਸਤੋ ਬਾਬਾ ਜੀ ਨੇ ਸੰਗਤ ਨੂੰ ਹੀ ਕਿਹਾ ਕਿ ਹੁਣ ਆਪਾਂ ਦੂਜਿਆਂ ਨੂੰ ਤਾਂ ਕੀ ਕਹਿਣਾ ਹੈ, ਆਪਾਂ ਆਪਣੇ ਆਪ ਨੂੰ ਦੇਖ ਲਈਏ ਕਿ ਹੁਣ ਸਾਨੂੰ ਸਤਸੰਗ ਸੁਣਦੇ ਨੂੰ ਕਿੰਨੀ ਦੇਰ ਹੋ ਗਈ, ਮਗਰ ਇਹਦੇ ਬਾਵਜੂਦ ਅਸੀਂ ਵੀ ਕੋਈ ਨਾ ਕੋਈ ਝੂਠੀ ਤਸੱਲੀ ਲੈ ਕੇ ਬੈਠ ਜਾਂਦੇ ਹਾਂ। ਹਾਲਾਂਕਿ ਸਤਸੰਗ ਵਿੱਚ ਰੋਜ਼ ਉਹੀ ਚੀਜ਼ ਸਮਝਾਈ ਜਾਂਦੀ ਹੈ ਕਿ ਭਾਈ ਜਿਹੜੀ ਸੱਚੀ ਸੇਵਾ ਹੈ, ਜਿਹੜੀ ਉੱਤਮ ਤੋਂ ਉੱਤਮ ਸੇਵਾ ਹੈ, ਉਹ ਤਾਂ ਸਾਡੀ ਭਜਨ ਬੰਦਗੀ ਹੈ। ਮਗਰ ਅਸੀਂ ਕੀ ਕਰਾਂਗੇ? ਥੋੜ੍ਹੀ ਜਿਹੀ ਜਿਸਮਾਨੀ ਸੇਵਾ ਕਰਕੇ ਜਾਂ ਕੋਈ ਹੋਰ ਬਾਹਰੀ ਸੇਵਾ ਕਰਕੇ ਉਹ ਤਸੱਲੀ ਲੈ ਲੈਂਦਾ ਹੈ ਕਿ ਚਲੋ ਜੀ ਅੱਜ ਮੈਂ ਭਜਨ ਬੰਦਗੀ 'ਤੇ ਨਹੀਂ ਬੈਠਿਆ, ਮੈਂ ਥੱਕਿਆ ਹੋਇਆ ਵਾਂ, ਤਾਂ ਅੱਜ ਮੈਂ ਬਾਹਰਲੀ ਸੇਵਾ ਕਰ ਲਈ। ਅੱਗੇ ਗੁਰਬਾਣੀ ਦਾ ਉਦਾਹਰਨ ਦਿੱਤਾ ਗਿਆ ਇਸੀ ਦੇ ਰਿਲੇਟਿਡ, ਇਹ ਸੇਵਾ ਚਾਕਰੀ ਨਾਮ ਵਸੈ ਮਨ ਆਏ,
ਕਿ ਜਿੰਨਾ ਚਿਰ ਉਹ ਸੱਚੀ ਸੇਵਾ ਨੂੰ ਨਹੀਂ ਨਿਭਾਵਾਂਗੇ, ਇਹ ਬਾਕੀ ਜਿਹੜੀਆਂ ਬਾਹਰਲੀਆਂ ਸੇਵਾ ਹਨ ਇਹ ਤਾਂ ਮਾਹੌਲ ਬਣਾਉਣ ਵਾਸਤੇ ਹਨ। ਇਹਨਾਂ ਦੇ ਨਾਲ ਮਨ ਵਿੱਚ ਹਿਮਰਤਾ ਹੁੰਦੀ ਹੈ, ਮਨ ਝੁਕਣਾ ਸਿੱਖਦਾ ਹੈ। ਬਾਬਾ ਜੀ ਨੇ ਇੱਕ ਚੀਜ਼ ਫੇਰ ਕਲੀਅਰ ਕਰ ਦਿੱਤੀ ਕਿ ਮਗਰ ਜਿੰਨਾ ਚਿਰ ਆਪਾਂ ਉਹ ਪਹਿਲੀ ਸੇਵਾ ਨਹੀਂ ਨਿਭਾਵਾਂਗੇ, ਇਹ ਬਾਹਰਲੀਆਂ ਸੇਵਾ ਦੇ ਨਾਲ ਕੰਮ ਨਹੀਂ ਬਣਨ ਲੱਗਿਆ। ਫਿਰ ਬਾਬਾ ਜੀ ਨੇ ਸਤਸੰਗ ਦੇ ਉੱਤੇ ਕਿਹਾ ਕਿ ਉਸੇ ਤਰ੍ਹਾਂ ਆਪਾਂ ਸਤਸੰਗ ਨੂੰ ਦੇਖਦੇ ਹਾਂ ਕਿ ਜੀ ਇੱਥੇ ਇੰਨੀ ਵਾਰੀ ਬਹਿ ਕੇ ਮੈਂ ਇੰਨੀ ਵਾਰੀ ਸਤਸੰਗ ਸੁਣਿਆ ਹੈ। ਆਮ ਤੌਰ 'ਤੇ ਸਾਡਾ ਜਿਸਮ ਇੱਥੇ ਬੈਠਾ ਹੁੰਦਾ ਹੈ, ਮਗਰ ਸਾਡਾ ਧਿਆਨ ਪਤਾ ਨਹੀਂ ਕਿੰਨੀ ਮੀਲ ਦੂਰ ਤੇ ਜਾਂ ਕਿੰਨੀਆਂ ਚੀਜ਼ਾਂ ਵਿੱਚ ਫਸਿਆ ਹੁੰਦਾ ਹੈ। ਦੋਸਤੋ, ਬਾਬਾ ਜੀ ਨੇ ਸਰਦਾਰ ਬਹਾਦਰ ਜੀ ਦਾ ਵੀ ਉਦਾਹਰਨ ਦਿੱਤਾ ਕਿ ਸਰਦਾਰ ਬਹਾਦਰ ਜੀ ਮਹਾਰਾਜ ਸਮਝਾਇਆ ਕਰਦੇ ਸੀ ਕਿ ਕਿਸੇ ਦਾ ਵੀ ਧਿਆਨ 15-20 ਮਿੰਟ ਤੋਂ ਜ਼ਿਆਦਾ ਨਹੀਂ ਟਿਕ ਸਕਦਾ, 25-30 ਮਿੰਟ ਤੋਂ ਜ਼ਿਆਦਾ ਟਿਕਦਾ ਨਹੀਂ। ਸੋ ਸਰੀਰ ਜ਼ਰੂਰ ਸਾਡਾ ਇੱਥੇ ਬੈਠਾ ਹੈ, ਮਗਰ ਕੋਈ ਹਾਜ਼ਰੀ ਨਹੀਂ ਲਗਾ ਰਹੇ। ਆਪਾਂ ਬੜਾ ਹੀ ਲੌਜੀਕਲੀ ਚੱਲਦੇ ਹੋਏ ਬਾਬਾ ਜੀ ਨੇ ਫਰਮਾਇਆ, ਜਿੰਨਾ ਚਿਰ ਆਪਾਂ ਧਿਆਨ ਦੇ ਨਾਲ ਇਹ ਸਭ ਚੀਜ਼ਾਂ ਨੂੰ ਸਮਝ ਕੇ ਅਮਲ ਵਿੱਚ ਨਹੀਂ ਲਿਆਵਾਂਗੇ, ਇੱਥੇ ਕਿਸੇ ਨੇ ਹਾਜ਼ਰੀ ਤਾਂ ਨਹੀਂ ਲਗਾਉਣੀ ਸਾਡੀ। ਬਾਬਾ ਜੀ ਨੇ ਸਤਸੰਗ ਦਾ ਮਤਲਬ ਵੀ ਸਮਝਾਇਆ, ਬਾਣੀ ਦਾ ਬਹੁਤ ਸੁੰਦਰ ਤੁਕ ਫਰਮਾਈ। ਹੁਣ ਸਤਸੰਗ ਕਿਹਨੂੰ ਕਹਿੰਦੇ ਹਨ? ਆਪ ਨੇ ਫਰਮਾਇਆ, ਮਾਧੋ ਜੀ ਸਤਸੰਗਤ ਮੇਲ ਹਰ ਧਿਆਈਏ। ਧਿਆਣਾ ਯਾਨੀ ਕਿ ਧਿਆਨ ਵਿੱਚ ਬਿਠਾਉਣਾ। ਕੀ ਸਾਡੇ ਧਿਆਨ ਵਿੱਚ ਬੈਠਿਆ ਹੈ? ਅਸੀਂ ਤਾਂ ਇੱਕ ਕੰਨੋਂ ਸੁਣਦੇ ਹਾਂ, ਦੂਜੇ ਕੰਨੋਂ ਕੱਢ ਲੈਂਦੇ ਹਾਂ। ਘੰਟੇ ਬਾਅਦ ਸਾਨੂੰ ਕੋਈ ਇਹ ਪੁੱਛੇ ਕਿ ਅੱਜ ਜੀ ਬਾਣੀ ਕਿਹੜੀ ਲਿੱਤੀ ਗਈ ਸੀ, ਤਾਂ ਸਾਨੂੰ ਤਾਂ ਉਹ ਯਾਦ ਨਹੀਂ ਰਹਿੰਦਾ। ਇੱਕ ਹੋਰ ਬਾਣੀ ਫਰਮਾਈ, ਫਿਰ ਆਪ ਕਹਿੰਦੇ ਹਨ, ਸਤਸੰਗਤ ਤਾਕੋ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ। ਇੱਥੇ ਦੋਸਤੋ ਉਹ ਕੁਝ ਉਲਟੀ ਸੋਚ ਵਾਲੇ ਵੀ ਸੁਣ ਲੈਣ ਕਿ ਸਤਸੰਗ ਦਾ ਸਹੀ ਮਤਲਬ ਕੀ ਹੈ। ਗੁਰਬਾਣੀ ਦਾ ਉਪਦੇਸ਼ ਆ ਕਿ ਸਤਸੰਗ ਉਹ ਜਗ੍ਹਾ ਹੈ ਜਿੱਥੇ ਸਿਰਫ ਇੱਕ ਮਾਲਿਕ ਦੀ ਮਹਿਮਾ ਗਾਈ ਜਾਂਦੀ ਹੈ, ਜਿੱਥੇ ਕੋਈ ਨਿੰਦਿਆ ਚੁਗਲੀ ਨਹੀਂ ਹੁੰਦੀ। ਅੱਗੇ ਬਾਬਾ ਜੀ ਨੇ ਫਰਮਾਇਆ ਕਿ ਅਸੀਂ ਅਨੇਕਤਾ ਵਿੱਚ ਫਸ ਜਾਂਦੇ ਹਾਂ। ਬਾਬਾ ਜੀ ਨੇ ਦਰਸ਼ਨਾਂ ਬਾਰੇ ਵੀ ਫਰਮਾਇਆ ਸੀ ਕਿ ਹੁਣ ਜੇ ਆਪਾਂ ਦਰਸ਼ਨਾਂ ਨੂੰ ਦੇਖ ਲਈਏ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਬਹੁਤ ਵਧੀਆ ਦਰਸ਼ਨ ਹੋਏ, ਤਾਂ ਦਰਸ਼ਨ ਕੀ ਹੈ? ਤਾਂ ਬਾਬਾ ਜੀ ਨੇ ਫਰਮਾਇਆ ਕਿ ਇਹ ਸਿਰਫ ਦੇਖਣਾ ਹੈ। ਦਰਸ਼ਨ ਇੱਕ ਅਵਸਥਾ ਹੈ। ਦਰਸ਼ਨ ਇੱਕ ਉਹ ਅਵਸਥਾ ਹੈ ਜਦੋਂ ਇਨਸਾਨ ਆਪਣੀ ਸੁੱਧ ਬੁੱਧ ਭੁੱਲ ਕੇ ਸਿਰਫ ਇੱਕ ਚੀਜ਼ ਉੱਤੇ ਟਿਕਟਿਕੀ ਲਗਾ ਕੇ ਉਹਨੂੰ ਹੋਰ ਕੁਝ ਦਿਖਾਈ ਨਹੀਂ ਦਿੰਦਾ, ਉਹਨੂੰ ਦਰਸ਼ਨ ਕਹਿੰਦੇ ਹਨ। ਅਸੀਂ ਤਾਂ ਸਿਰਫ ਦੇਖਦੇ ਹਾਂ। ਤਾਂ ਜਿੰਨਾ ਚਿਰ ਸਾਡੇ ਅੰਦਰ ਉਹ ਪ੍ਰੇਮ ਔਰ ਪਿਆਰ ਦੀ ਅਵਸਥਾ, ਉਹ ਗਹਿਰਾਈ, ਉਹ ਇੰਟੈਂਸਿਟੀ ਨਹੀਂ ਹੋਊਗੀ, ਉਹ ਦਰਸ਼ਨ ਨਹੀਂ ਹੋਣ ਲੱਗੇ। ਔਰ ਦੂਜੀ ਚੀਜ਼, ਦਰਸ਼ਨ ਦਿੱਤੇ ਜਾਂਦੇ ਹਨ, ਲਿੱਤੇ ਨਹੀਂ ਜਾਂਦੇ। ਅਸੀਂ ਸੋਚਦੇ ਹਾਂ ਕਿ ਪਿੱਛੇ ਭੱਜ ਕੇ ਜਾਂ ਅੱਗੇ ਬੈਠ ਕੇ ਚੰਗੇ ਦਰਸ਼ਨ ਹੋ ਜਾਣਗੇ। ਜਿਨ੍ਹਾਂ ਨੂੰ ਦੇਣਾ ਹੈ ਉਹਨਾਂ ਨੂੰ 7 ਸਮੁੰਦਰੋਂ ਪਾਰ ਵੀ ਦੇ ਦੇਣਾ ਹੈ, ਜਿਨ੍ਹਾਂ ਨੂੰ ਨਹੀਂ ਦੇਣਾ ਸਾਹਮਣੇ ਬੈਠੇ ਨੂੰ ਨਹੀਂ ਦੇਣਾ। ਅੱਗੇ ਬੈਠਿਆਂ ਨੂੰ ਉਹਨਾਂ ਨੂੰ ਸਿਰਫ ਇੱਕ ਜਿਸਮ ਹੀ ਦਿਖਾਈ ਦਿੰਦਾ ਹੈ, ਹੋਰ ਕੁਝ ਨਹੀਂ। ਦੋਸਤੋ, ਬਾਬਾ ਜੀ ਨੇ ਸੱਚੇ ਦਰਸ਼ਨਾਂ ਦਾ ਵੀ ਜ਼ਿਕਰ ਕੀਤਾ ਕਿ ਉਹ ਸੱਚੇ ਦਰਸ਼ਨ ਉਦੋਂ ਹੋਣਗੇ ਜਦੋਂ ਆਪਾਂ ਇਹ ਸਰੀਰਾਂ ਤੋਂ, ਜਿਸਮਾਂ ਤੋਂ ਅੱਗੇ ਵੱਧ ਕੇ ਉਸ ਨਾਮ ਦੀ ਪਹਿਚਾਨ ਕਰਾਂਗੇ। ਉਸ ਅਵਸਥਾ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਭਾਈ ਸਾਨੂੰ ਦਰਸ਼ਨ ਹੋ ਰਹੇ ਹਨ। ਹੋਰ ਬਾਬਾ ਜੀ ਨੇ ਇੱਕ ਜ਼ਰੂਰੀ ਗੱਲ ਦੱਸੀ ਸੀ ਕਿ ਹੁਣ ਇਹ ਲਫ਼ਜ਼ ਹੈ ਗੁਰੂ, ਇਹਦਾ ਵੀ ਆਪਾਂ ਨੇ ਸਤਿਆਨਾਸ਼ ਕਰ ਦਿੱਤਾ ਹੈ। ਹੁਣ ਆਮ ਤੌਰ 'ਤੇ ਜਦੋਂ ਕਿਸੇ ਨੇ ਕੋਈ ਕੰਮ ਸਿੱਖਣਾ ਹੋਵੇ, ਆਪਾਂ ਕਹਿ ਦਿੰਦੇ ਹਾਂ ਕਿ ਭਾਈ ਹੁਣ ਮੈਂ ਤੈਨੂੰ ਗੁਰੂ ਮੰਨ ਲਿਆ ਹੈ, ਤੂੰ ਮੈਨੂੰ ਆਹ ਕੰਮ ਸਿਖਾ ਦੇ। ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਗਿਆਨ ਦੇਣ ਵਾਲਾ, ਅੰਧੇਰੇ 'ਚੋਂ ਪ੍ਰਕਾਸ਼ ਵਿੱਚ ਲਿਆਉਣ ਵਾਲਾ, ਜਾਗਰਤ ਅਵਸਥਾ ਦੇਣ ਵਾਲਾ, ਉਹਨੂੰ ਗੁਰੂ ਕਹਿੰਦੇ ਹਨ। ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਤਾਂ ਕਿਸੇ ਸਰੀਰ ਨੂੰ ਅੱਗੇ ਰੱਖ ਕੇ ਸਾਡਾ ਸਾਰਾ ਜ਼ੋਰ ਮੱਥੇ ਟੇਕਣ ਦੇ ਉੱਤੇ ਹੈ, ਨੱਕ ਰਗੜਨ ਦੇ ਉੱਤੇ ਹੈ। ਨਾ ਤਾਂ ਕੋਈ ਉਹਨਾਂ ਦੀ ਉਹ ਤਾਲੀਮ ਉੱਤੇ ਧਿਆਨ ਦਿੰਦਾ ਹੈ, ਨਾ ਹੀ ਸਿੱਖਿਆ ਉੱਤੇ ਧਿਆਨ ਦਿੰਦਾ ਹੈ। ਜਦੋਂ ਆਪਾਂ ਕਿਸੇ ਨੂੰ ਗੁਰੂ ਕਹਿੰਦੇ ਹਾਂ, ਉਹਦਾ ਸਰੀਰ ਗੁਰੂ ਹੈ ਜਾਂ ਕਿਉਂਕਿ ਉਹ ਕਿਸੇ ਅਵਸਥਾ ਵਿੱਚ ਪਹੁੰਚਿਆ ਹੋਇਆ ਹੈ ਤਾਂ ਆਪਾਂ ਉਹਨੂੰ ਗੁਰੂ ਕਹਿੰਦੇ ਹਾਂ। ਉਹ ਸਾਨੂੰ ਤਾਲੀਮ ਦਿੰਦਾ ਹੈ, ਉਹ ਸਾਨੂੰ ਅੰਧਕਾਰ ਵਿੱਚੋਂ ਜਾਗਰਤ ਅਵਸਥਾ ਵਿੱਚ ਲੈ ਕੇ ਆਉਂਦਾ ਹੈ ਉਸ ਤਾਲੀਮ ਦੇ ਜ਼ਰੀਏ। ਇਹ ਗੱਲ ਦੋਸਤੋ ਉਹ ਵੀ ਆਪਣੇ ਉੱਤੇ ਲੈ ਸਕਦੇ ਹਨ ਜਿਹੜੇ ਕਿਸੇ ਧਾਰਮਿਕ ਜਗ੍ਹਾ ਜਾਂ ਸਥਾਨ ਉੱਤੇ ਜਾ ਕੇ ਮੱਥੇ ਰਗੜਦੇ ਹਨ, ਨੱਕ ਰਗੜਦੇ ਹਨ, ਲੇਕਿਨ ਉਹਨਾਂ ਦਾ ਉਪਦੇਸ਼ ਉੱਤੇ ਧਿਆਨ ਨਹੀਂ ਹੁੰਦਾ। ਇਹ ਅੱਜ ਕੱਲ੍ਹ ਲੋਕ ਬਹੁਤ ਕਰ ਰਹੇ ਹਨ। ਮੇਰੇ ਖੁਦ ਦੇ ਕਰੀਬੀ ਦੋਸਤ ਸਾਰੇ ਇੱਦਾਂ ਹੀ ਸੀ ਅਤੇ ਖਾਂਦੇ ਪੀਂਦੇ ਵੀ ਸਭ ਕੁਝ ਹੁੰਦੇ ਸੀ, ਤਾਂ ਮੈਨੂੰ ਵੀ ਇਹ ਦੇਖ ਕੇ ਹੈਰਾਨੀ ਹੁੰਦੀ ਸੀ ਕਿ ਕਿਹਨੂੰ ਧੋਖਾ ਦੇ ਰਹੇ ਹਨ। ਬਾਬਾ ਜੀ ਨੇ ਪਿਛਲੀ ਵਾਰ ਵੀ ਸਤਸੰਗ ਵਿੱਚ ਫਰਮਾਇਆ ਸੀ, ਇਹ ਸਭ ਗੱਲਾਂ ਦਾ ਕੋਈ ਫਾਇਦਾ ਨਹੀਂ।
ਸਿਰਫ ਕਿਸੇ ਹੱਦ ਤੱਕ ਮਾਹੌਲ ਹੀ ਬਣ ਸਕਦਾ ਹੈ। ਬਾਣੀ ਦਾ ਇੱਕ ਹੋਰ ਸੁੰਦਰ ਉਦਾਹਰਣ ਦਿੱਤਾ ਗਿਆ। ਆਪ ਸਮਝਾਉਂਦੇ ਹਨ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਗੁਰੂ ਸਰੀਰ ਨਹੀਂ ਹੈ ਔਰ ਨਾ ਹੀ ਸਰੀਰ ਵਿੱਚ ਤਾਕਤ ਹੈ ਕਿ ਸ਼ਿਸ਼ ਬਣ ਸਕੇ, ਡਿਸਾਈਪਲ ਬਣ ਸਕੇ। ਸਰੀਰ ਨਹੀਂ ਨਿਭਾ ਪਾਊਗਾ, ਮਗਰ ਸ਼ੁਰੂਆਤ ਸਰੀਰ ਤੋਂ ਹੁੰਦੀ ਹੈ। ਸਰੀਰ ਨੂੰ ਸਰੀਰ ਸਮਝਾਊਗਾ, ਮਗਰ ਸਰੀਰ ਵਿੱਚ ਬੈਠ ਕੇ ਜਦੋਂ ਆਪਾਂ ਆਪਣੀ ਸੁਰਤ ਨੂੰ ਜਾਗਰਤ ਕਰਾਂਗੇ, ਉਹ ਸ਼ਿਸ਼ ਬਣਨ ਦੀ ਅਵਸਥਾ ਉਸ ਕੌਨਸ਼ੀਅਸਨੈਸ ਵਿੱਚ ਹੈ, ਸੁਰਤ ਵਿੱਚ ਹੈ। ਫਿਰ ਉਹ ਸੁਰਤ ਉਸ ਧੁਨ ਨੂੰ ਪਕੜਦੀ ਹੋਈ ਤਾਂ ਜਾ ਕੇ ਅਸਲ ਗੁਰੂ ਦੀ ਪਹਿਚਾਨ ਕਰਦੀ ਹੈ, ਜੋ ਸ਼ਬਦ ਸਰੂਪੀ ਹੈ। ਤਾਂ ਦੋਸਤੋ, ਇਹ ਗੱਲ ਵੀ ਉਹ ਸੁਣ ਲੈਣ ਜਿਹੜੇ ਕਹਿੰਦੇ ਹੁੰਦੇ ਆ, ਕਈ ਜਿਹੜੇ ਦੇਹਧਾਰੀ ਗੁਰੂ ਨੂੰ ਨਹੀਂ ਮੰਨਦੇ। ਕਈ ਵਾਰ ਆਪਾਂ ਨੇ ਜਿਹੜੀ ਕਲੈਰੀਫਿਕੇਸ਼ਨ ਵੀਡੀਓਜ਼ ਬਣਾਈਆਂ ਨੇ, ਰਿਵਿਊ ਵੀਡੀਓਜ਼, ਤਾਂ ਇਹ ਜਵਾਬ ਹੋਊਗਾ ਉਹਨਾਂ ਨੂੰ। ਬਾਬਾ ਜੀ ਨੇ ਅੱਗੇ ਵੀ ਫਰਮਾਇਆ ਸੀ ਨਾ ਕਿ ਵਿੱਚ ਪੜਦਾ ਹਉਮੈ ਪਾਈ। ਇਹ ਅਹੰਕਾਰ ਹਉਮੈ ਹੀ ਉਹਨਾਂ ਨੂੰ ਵਧਣ ਨਹੀਂ ਦਿੰਦੀ ਅੱਗੇ। ਸਤਸੰਗ ਦੇ ਦੌਰਾਨ ਹਜ਼ੂਰ ਜੀ ਦਾ ਵੀ ਉਦਾਹਰਣ ਦਿੱਤਾ ਗਿਆ ਕਿ ਹਜ਼ੂਰ ਜੀ ਨੇ 40 ਸਾਲ ਸਾਨੂੰ ਆਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਜੋ ਉਹ ਤਾਲੀਮ ਹੈ ਉਹ ਜ਼ਿਆਦਾ ਜ਼ੋਰੀ ਹੈ, ਨਾ ਕਿ ਕੋਈ ਸਰੀਰ, ਉਹ ਪਰਮਾਰਥ ਦੀ ਤਾਲੀਮ। ਮਗਰ ਅਸੀਂ ਸਰੀਰ ਨੂੰ ਜ਼ਿਆਦਾ ਅਹਿਮ ਮੰਨਦੇ ਹਾਂ। ਹਰ ਸਤਸੰਗ ਵਿੱਚ ਸਾਨੂੰ ਦੱਸਿਆ ਜਾਂਦਾ ਹੈ ਕਿ ਭਾਈ ਭਜਨ ਸਿਮਰਨ ਕਰਕੇ ਆਪਣੇ ਆਪ ਨੂੰ ਸ਼ਬਦ ਦੇ ਨਾਲ ਜੋੜੋ, ਔਰ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਉਸ ਕਮਾਈ ਦੇ ਨਾਲ ਨਹੀਂ ਜੋੜਾਂਗੇ, ਉਸ ਸੱਚੀ ਕਮਾਈ ਦੇ ਨਾਲ ਨਹੀਂ ਜੋੜਾਂਗੇ, ਇਹ ਕਰਮਾਂ ਦੀ ਮੈਲ ਸਾਫ਼ ਨਹੀਂ ਹੋਣ ਲੱਗੀ। ਸ਼ਬਦ ਕਰਮ ਕੀ ਰੇਹ ਕਟਾਏ, ਸ਼ਬਦ ਸ਼ਬਦ ਸੇ ਜਾਏ ਮਿਲਾਏ। ਅੱਗੇ ਬਾਬਾ ਜੀ ਨੇ ਉਹੀ ਕੱਪੜੇ ਦਾ ਉਦਾਹਰਣ ਦਿੱਤਾ ਕਿ ਜਿਵੇਂ ਘਰ ਵਿੱਚ ਕੱਪੜਾ ਹੈ, ਉਹ ਗੰਦਾ ਹੋ ਜਾਂਦਾ ਹੈ, ਆਪਾਂ ਉਹਨੂੰ ਪਾਣੀ ਤੇ ਸਾਬਣ ਨਾਲ ਸਾਫ਼ ਕਰ ਲੈਂਦੇ ਹਾਂ, ਮਗਰ ਜਿਹੜੀ ਅੰਦਰਲੀ ਮੈਲ ਹੈ ਉਹ ਆਪਾਂ ਨੇ ਕਿਵੇਂ ਸਾਫ਼ ਕਰਨੀ ਹੈ। ਮੂਤ ਪਲੀਤੀ ਕੱਪੜ ਹੋਵੇ, ਆਪ ਕਹਿੰਦੇ ਹਨ ਕੋਈ ਕੱਪੜਾ ਗੰਦਾ ਹੋ ਜਾਂਦਾ ਹੈ, ਪਾਣੀ ਸਾਬਣ ਨਾਲ ਧੋ ਸਕਦੇ ਹਾਂ, ਮਗਰ ਜਿਹੜੀ ਅੰਦਰਲੀ ਮੈਲ ਹੈ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਬੈ ਨਾਮੇ ਕੇ ਰੰਗ, ਉਹ ਸਿਰਫ ਨਾਮ ਦੀ ਕਮਾਈ ਦੇ ਨਾਲ ਸਾਫ਼ ਹੋ ਸਕਦੀ ਹੈ। ਆਪਾਂ ਮਾਲਿਕ ਦੇ ਅੱਗੇ ਫਰਿਆਦ ਕਰਦੇ ਹਾਂ, ਪੁਕਾਰ ਕਰਦੇ ਹਾਂ, ਗੂੜੇ ਰੰਗ ਵਿੱਚ ਰੰਗ ਦਿਓ ਜੀ ਕਿ ਮੈਲੀਆਂ ਨੇ ਸਾਡੀਆਂ ਰੂਹਾਂ। ਇਹ ਸਾਡੇ ਵੱਸ ਦੀ ਗੱਲ ਨਹੀਂ ਗੀ। ਅਸੀਂ ਇੱਕ ਜਨਮ ਤੱਕ ਹੀ ਕਈ ਵਾਰੀ ਜਨਮ ਆ ਕੇ ਲੈ ਲਈਏ, ਇਹ ਕਾਰਜ ਫਿਰ ਵੀ ਸਾਡੇ ਤੋਂ ਪੂਰਾ ਨਹੀਂ ਹੋਣ ਲੱਗਾ। ਬਖਸ਼ਿਸ਼ ਹੋ ਕਰੂਗਾ, ਲੇਕਿਨ ਸ਼ੁਰੂਆਤ ਐਸੀ ਕਰਨੀ ਹੈ। ਸਤਸੰਗ ਦੇ ਦੌਰਾਨ ਇੱਕ ਹੋਰ ਬਹੁਤ ਸੁੰਦਰ ਉਦਾਹਰਣ ਦਿੱਤਾ ਗਿਆ ਕਿ ਦੇਖੋ ਹੁਣ ਜਿਵੇਂ ਕੋਈ ਭਾਂਡਾ ਗੰਦਾ ਹੈ, ਉਹ ਭਾਂਡੇ ਵਿੱਚ ਕੋਈ ਰੋਟੀ ਪਾਉਣਾ ਗਵਾਰਾ ਨਹੀਂ ਕਰਦਾ। ਕੀ ਸਾਡਾ ਭਾਂਡਾ ਸਾਫ਼ ਹੈ? ਜਿੰਨਾ ਚਿਰ ਇਹ ਭਾਂਡਾ ਸਾਫ਼ ਨਹੀਂ ਹੋਊਗਾ, ਅਸੀਂ ਕਿੱਥੋਂ ਸੋਚ ਸਕਦੇ ਹਾਂ ਕਿ ਮਾਲਿਕ ਦੀ ਦਇਆ ਹੋਊਗੀ, ਮਿਹਰ ਹੋਊਗੀ। ਜਿਹੜੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਭਾਂਡੇ ਨੂੰ ਸਾਫ਼ ਰੱਖੀਏ, ਭਰੂਗਾ ਉਹ। ਹਜ਼ੂਰ ਜੀ ਨੂੰ ਯਾਦ ਕਰਦੇ ਹੋਇਆਂ ਫਰਮਾਇਆ ਕਿ ਆਪ ਫਰਮਾਇਆ ਕਰਦੇ ਸੀ ਕਿ ਹੁਣ ਦੇਖੋ, ਬਰਸਾਤ ਦਾ ਕਿਸੇ ਨੇ ਪਾਣੀ ਇਕੱਠਾ ਕਰਨਾ ਹੈ ਤਾਂ ਹੱਥ ਵਿੱਚ ਕੋਈ ਨਾ ਕੋਈ ਬਰਤਨ ਚਾਹੀਦਾ ਹੈ, ਔਰ ਬਰਤਨ ਸਿੱਧਾ ਚਾਹੀਦਾ ਹੈ। ਜੇ ਬਰਤਨ ਹੀ ਪੁੱਠਾ ਹੈ, ਕੀ ਇਕੱਠਾ ਕਰੂਗਾ? ਔਰ ਸਿਰਫ ਸਿੱਧਾ ਹੀ ਨਹੀਂ, ਬਰਤਨ ਸਾਫ਼ ਵੀ ਚਾਹੀਦਾ ਹੈ, ਸਾਫ਼ ਵੀ ਹੋਣਾ ਚਾਹੀਦਾ ਹੈ, ਕਿਉਂਕਿ ਜੇ ਬਰਤਨ ਗੰਦਾ ਹੈ ਤਾਂ ਜੋ ਕੁਝ ਵੀ ਉਹਦੇ ਵਿੱਚ ਪਾਵਾਂਗੇ ਉਹ ਵੀ ਗੰਦਗੀ ਦਾ ਹਿੱਸਾ ਬਣ ਕੇ ਰਹਿ ਜਾਊਗਾ। ਤਾਂ ਕਿ ਸਾਡਾ ਬਰਤਨ ਸਾਫ਼ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਸਿਆ। ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਆਪਾਂ ਇਕੱਠੀ ਕੀਤੀ ਹੋਈ ਹੈ। ਹੁਣ ਥੋੜ੍ਹੀ ਜਿਹੀ ਕਮਾਈ ਕਰਕੇ ਅਸੀਂ ਪੁੱਛਣਾ ਸ਼ੁਰੂ ਕਰ ਦਿੰਦੇ ਹਾਂ ਕਿ ਜੀ ਕੁਝ ਬਣਿਆ ਨਹੀਂ। ਬਾਬਾ ਜੀ ਨੇ ਅੱਗੇ ਸਬਕੌਂਸ਼ੀਅਸ ਮਾਈਂਡ ਦੀ ਵੀ ਗੱਲ ਕੀਤੀ ਕਿ ਜਦੋਂ ਆਪਾਂ ਇਹ ਜਾਗਰਤ ਅਵਸਥਾ ਨੂੰ ਨਹੀਂ ਸਮਝ ਸਕਦੇ ਤਾਂ ਉਹ ਸੁਪਨ ਦੀ ਅਵਸਥਾ ਕਿਵੇਂ ਸਮਝ ਲਵਾਂਗੇ। ਕਿ ਨੀਂਦ ਵਿੱਚ ਇਹ ਜਿੰਨੇ ਵੀ ਸੁਪਨੇ ਆਉਂਦੇ ਹਨ, ਉਹ ਤਾਂ ਤੁਹਾਡੇ ਮਨ ਉੱਤੇ ਜੋ ਪ੍ਰਭਾਵ ਪਏ ਹੋਏ ਹਨ ਉਹ ਬਾਰ-ਬਾਰ ਤੁਹਾਡੇ ਅੱਗੇ ਆਉਂਦੇ ਹਨ। ਜੇ ਤਾਂ ਨੈਗੇਟਿਵ ਚੀਜ਼ਾਂ ਹੋਣਗੀਆਂ ਤਾਂ ਉਹ ਸਾਹਮਣੇ ਆਉਣਗੀਆਂ। ਇਸ ਕਰਕੇ ਪਹਿਲਾਂ ਆਪਾਂ ਜਾਗਰਤ ਅਵਸਥਾ ਨੂੰ ਸਮਝੀਏ, ਮਨ ਨੂੰ ਕਾਬੂ ਕਰੀਏ, ਤਾਂ ਅਸੀਂ ਅੱਗੇ ਵਧ ਸਕਾਂਗੇ। ਅੱਗੇ ਬਾਬਾ ਜੀ ਨੇ ਇੱਕ ਹੋਰ ਸੁੰਦਰ ਗੱਲ ਫਰਮਾਈ ਕਿ ਜੇ ਆਪਾਂ ਮਨ ਦੀ ਗੁਲਾਮੀ ਕਰ ਰਹੇ ਹਾਂ ਤਾਂ ਸਾਡੀ ਕੀ ਇੱਛਾ ਹੈ, ਤਾਂ ਜੋ ਉਹਦੀ ਮੌਜ ਹੈ ਉਹ ਉਹੀ ਕਰੂਗਾ। ਛੋਟੇ ਬੱਚੇ ਦਾ ਵੀ ਬਾਬਾ ਜੀ ਨੇ ਉਦਾਹਰਣ ਦਿੱਤਾ ਤੇ ਕਿਹਾ ਕਿ ਹਜ਼ੂਰ ਜੀ ਫਰਮਾਇਆ ਕਰਦੇ ਸੀ, ਜੇ ਜ਼ਬਰਦਸਤੀ ਕਰੋਗੇ ਤਾਂ ਮਨ ਰਿਐਕਟ ਕਰੂਗਾ ਤੇ ਇਨਸਾਨ ਦੀ ਫਿਤਰਤ ਹੈ, ਇਹ ਨੰਨਾ ਲੈ ਕੇ ਚੱਲਦਾ ਹੈ ਹਰ ਵਕਤ। ਤੇ ਪਰਮਾਰਥ ਵਿੱਚ ਕਦਮ ਰੱਖਦੇ ਹਾਂ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਮਗਰ ਹਜ਼ੂਰ ਕਹਿੰਦੇ ਸਨ ਕਿ ਇਹਦੇ ਬਜਾਏ ਇਹ ਦੇਖੋ ਕਿ ਕਰਨਾ ਕੀ ਹੈ। ਹੁਣ ਛੋਟਾ ਬੱਚਾ ਹੈ, ਮਾਂ ਕਹੀ ਜਾਵੇ ਕਿ ਸਾਰਾ ਦਿਨ ਆ ਨਹੀਂ ਕਰਨਾ, ਉਹ ਨਹੀਂ ਕਰਨਾ, ਤਾਂ ਬੱਚਾ ਹਾਰ ਕੇ ਕਹੂਗਾ ਫਿਰ ਕਰਨਾ ਕੀ ਹੈ। ਮਨ ਨੂੰ ਚੈਨਲਾਈਜ਼ ਕਰਨ ਬਾਰੇ ਬਾਬਾ ਜੀ ਨੇ ਸਮਝਾਇਆ ਕਿ ਮਨ ਨੂੰ ਚੈਨਲਾਈਜ਼ ਕਰਨਾ ਹੈ, ਜ਼ਬਰਦਸਤੀ ਨਹੀਂ ਕਰਨੀ। ਇਸ ਨੂੰ ਡਿਟੇਲ ਵਿੱਚ ਸਮਝਾਇਆ ਸੀ।
ਹੁਣ ਆਪ ਇੱਕ ਛੋਟੀ ਬੱਚੀ ਦਾ ਉਦਾਹਰਨ ਦਿੰਦੇ ਸਨ ਕਿ ਜਦੋਂ ਬੱਚੀ ਘਰ ਵਿੱਚ ਜਵਾਨ ਹੁੰਦੀ ਹੈ, ਮਾਂ-ਬਾਪ ਉਹਨੂੰ ਕਹਿਣ ਕਿ ਬੇਟਾ ਹੁਣ ਤੇਰੀ ਅਸੀਂ ਸ਼ਾਦੀ ਕਰ ਦੇਣੀ ਹੈ, ਤਾਂ ਤੂੰ ਮਾਂ-ਬਾਪ ਨੂੰ ਭੁੱਲਣਾ ਸ਼ੁਰੂ ਕਰ ਦੇ, ਉਹ ਕਦੇ ਨਹੀਂ ਕਰ ਪਾਊਗੀ। ਮਗਰ ਜਦੋਂ ਉਹਦੀ ਸ਼ਾਦੀ ਹੋ ਜਾਂਦੀ ਹੈ, ਦੂਜੇ ਘਰ ਜਾ ਕੇ ਉਹਦਾ ਰਿਸ਼ਤਾ ਜੁੜ ਜਾਂਦਾ ਹੈ, ਆਪਣੇ ਆਪ ਮਾਂ-ਬਾਪ ਦਾ ਦਰਜਾ ਘਟਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਸੇ ਤਰ੍ਹਾਂ ਆਪਾਂ ਧਿਆਨ ਦੇਣਾ ਹੈ ਕਿ ਕੀ ਕਰਨਾ ਹੈ। ਜਿਵੇਂ ਜਿਵੇਂ ਕਰਾਂਗੇ ਅੰਦਰੋਂ ਲਜ਼ਤ ਆਊਗੀ, ਤਾਂ ਇਹ ਮਨ ਕਾਬੂ ਵਿੱਚ ਆਊਗਾ, ਤਾਂ ਇਹ ਦੁਨੀਆ ਦੇ ਰੰਗ ਤਮਾਸ਼ੇ ਫਿੱਕੇ ਪੈਣਗੇ, ਤਾਂ ਆਪਾਂ ਇਹਨੂੰ ਉਹ ਚੈਨਲਾਈਜ਼ ਕਰ ਸਕਾਂਗੇ। ਸਤਸੰਗ ਦੌਰਾਨ ਬਾਬਾ ਜੀ ਨੇ ਇਹ ਵੀ ਫਰਮਾਇਆ ਸੀ ਕਿ ਹੁਣ ਦੇਖੋ, ਜਿਵੇਂ ਆਪਾਂ ਦੂਜੇ ਦੇਸ਼ ਵਿੱਚ ਜਾਂਦੇ ਹਾਂ, ਉੱਥੇ ਸੈਕਿੰਡ ਕਲਾਸ ਸਿਟੀਜ਼ਨ ਕਹਿਲਾਉਂਦੇ ਹਾਂ। ਜਿਹੜੇ ਆਪਣੇ ਦੇਸ਼ ਵਿੱਚ ਸਾਨੂੰ ਹੱਕ ਔਰ ਹਕੂਕ ਹੈ, ਉਹ ਦੂਜੇ ਦੇਸ਼ਾਂ ਵਿੱਚ ਜਾ ਕੇ ਨਹੀਂ ਮਿਲ ਸਕਦੇ। ਸੋ ਇਸੇ ਕਰਕੇ ਆਪ ਕਹਿੰਦੇ ਹਨ ਕਿ ਭਾਈ ਇਹ ਦੇਸ਼ ਤੁਹਾਡੇ ਦੇਸ਼ ਨਹੀਂ, ਇਹ ਮਜ਼ਹਬ ਤੁਹਾਡੇ ਮਜ਼ਹਬ ਨਹੀਂ, ਇਹ ਮੁਲਕ ਤੁਹਾਡੇ ਮੁਲਕ ਨਹੀਂ। ਤੁਹਾਡਾ ਸੱਚਾ ਦੇਸ਼ ਤਾਂ ਸੱਚਖੰਡ ਹੈ, ਤੁਹਾਡਾ ਸੱਚਾ ਮਜ਼ਹਬ ਤਾਂ ਪ੍ਰੇਮ ਔਰ ਪਿਆਰ ਹੈ। ਇਸ ਕਰਕੇ ਜਿੰਨਾ ਚਿਰ ਉਸ ਮਜ਼ਹਬ ਦੀ ਪਹਿਚਾਨ ਕਰਕੇ ਉਹ ਪ੍ਰੇਮ ਔਰ ਪਿਆਰ ਦੀ ਅਵਸਥਾ ਵਿੱਚ ਆ ਕੇ ਇੱਥੇ ਤਾਂ ਸਾਨੂੰ ਥੋੜ੍ਹੇ ਜਿਹੇ ਵਕਤ ਵਾਸਤੇ ਭੇਜਿਆ ਗਿਆ ਹੈ। ਅੱਗੇ ਬਾਬਾ ਜੀ ਨੇ ਕਰਮਾਂ ਉੱਤੇ ਫੇਰ ਵਿਸਤਾਰ ਤੋਂ ਸਮਝਾਇਆ ਸੀ। ਦੋਸਤੋ, ਕਬੀਰ ਸਾਹਿਬ ਦਾ ਜੋ ਬਾਬਾ ਜੀ ਨੇ ਉਦਾਹਰਨ ਦਿੱਤਾ ਸੀ, ਉਹ ਤੁਹਾਡੇ ਸਾਹਮਣੇ ਰੱਖਣ ਲੱਗਿਆਂ। ਕਬੀਰ ਸਾਹਿਬ ਫਰਮਾਉਂਦੇ ਹਨ, ਹਮ ਵਾਸੀ ਉਸ ਦੇਸ਼ ਕੇ ਜਹਾਂ ਜਾਤ ਵਰਨ ਕੁਲ ਨਾਹੀ, ਸ਼ਬਦ ਮਿਲਾਵਾ ਹੋਏ ਰਹੇ ਦੇ ਮਿਲਾਵਾ ਨਾਹੀ। ਤੇ ਇੱਕ ਹੋਰ ਕਬੀਰ ਸਾਹਿਬ ਦੀ ਬਾਣੀ ਬਾਬਾ ਜੀ ਨੇ ਫਰਮਾਈ ਸੀ, ਕਬੀਰ ਮਨ ਮਰਕਟ ਭਇਆ ਨੇਕ ਨਾ ਧੁਨ ਪਤੇ ਆਏ, ਸਤ ਨਾਮ ਬਾਂਦੇ ਬਿਨਾ ਜਿਤ ਭਾਵੇ ਹਿਤ ਜਾਏ। ਹੁਣ ਦੋਸਤੋ, ਇੱਥੇ ਮੈਂ ਇਹ ਵੀ ਕਹਿ ਦੇਵਾਂ ਕਿ ਜਿਹੜੇ ਕੁਝ ਬੰਦੇ ਹੈਗੇ ਨੇ, ਨਾਮ ਨਹੀਂ ਲਵਾਂਗੇ ਆਪਾਂ ਉਹਨਾਂ ਦਾ, ਜਿਹੜੇ ਆਪਣੇ ਆਪ ਨੂੰ ਕਬੀਰ ਸਾਹਿਬ ਦਾ ਬਹੁਤ ਉਹ ਮੰਨਦੇ ਨੇ ਤੇ ਉਹਨਾਂ ਨੂੰ ਪ੍ਰੂਫ ਚਾਹੀਦੇ ਹੁੰਦੇ ਨੇ, ਉਹ ਸੁਣ ਲੈਣ। ਸਤ ਨਾਮ ਬਾਂਦੇ ਬਿਨਾ, ਜਿੰਨਾ ਚਿਰ ਅਸੀਂ ਇਹਨੂੰ ਉਸ ਨਾਮ ਦੇ ਨਾਲ ਨਹੀਂ ਜੋੜਦੇ, ਉਹਦੇ ਵਿੱਚੋਂ ਇਹਨੂੰ ਲਜ਼ਤ ਆਊਗੀ, ਤਾਂ ਇਹਨਾਂ ਚੀਜ਼ਾਂ ਨੂੰ ਛੱਡੂਗਾ। ਅੱਗੇ ਦੋਸਤੋ ਬਾਬਾ ਜੀ ਨੇ ਬਹੁਤ ਡੀਪਲੀ ਡਿਟੇਲ ਵਿੱਚ ਬਾਣੀਆਂ ਦਾ ਉਦਾਹਰਨ ਦਿੰਦੇ ਹੋਏ ਸਤਸੰਗ ਫਰਮਾਇਆ। ਕਰਮਾਂ ਦੀ ਫਿਲਾਸਫੀ ਕੀ ਹੈ, ਮਨ ਨੂੰ ਕਿਵੇਂ ਕਾਬੂ ਵਿੱਚ ਕਰਨਾ ਹੈ, ਨਾਮ ਕੀ ਹੈ, ਸ਼ਬਦ ਕੀ ਹੈ, ਇਸ ਬਾਰੇ ਫਰਮਾਇਆ ਗਿਆ। ਦੋਸਤੋ, ਅੰਤ ਵਿੱਚ ਬਾਬਾ ਜੀ ਨੇ ਫਰਮਾਇਆ ਕਿ ਇਸ ਵਕਤ ਆਪਾਂ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ। ਜਦੋਂ ਆਪਾਂ ਆਪਣੀ ਅੱਖਾਂ ਵਿੱਚ ਉਹ ਨਾਮ ਰੂਪੀ ਸੁਰਮਾ ਪਾਵਾਂਗੇ, ਤਾਂ ਇਹਨਾਂ ਨੂੰ ਸੱਚੀ ਦੇਖਣ ਦੀ ਤਾਕਤ ਹਾਸਿਲ ਹੋਊਗੀ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਫਿਰ ਕੀ ਹੋਊਗਾ? ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਫਿਰ ਅਸੀਂ ਉਸ ਪ੍ਰਕਾਸ਼ ਵਿੱਚ ਕਦਮ ਰੱਖਾਂਗੇ। ਜਿੱਥੇ ਕਿਤੇ ਮੈਨੂੰ ਲੈ ਚੜਾ